ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਕਿਰਪਾ ਕਰਨਾ, ਆਪਣੀ ਪਾਵਨ ਸਾਖੀ ਜੋ ਸਿੱਖਿਆ ਨਾਲ ਭਰਪੂਰ ਹੈ, ਤਿਸ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਦਿਵਸ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਏ ਤੇ ਸੰਧਿਆ ਕੇ ਸਮੇਂ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੰਧਿਆ ਦੇ ਵੇਲੇ ਮਹਾਰਾਜ ਜੀ ਦੇ ਪਾਵਨ ਦਰਬਾਰ ਵਿਖੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਹੀ ਸਾਖੀ ਪੜ੍ਹਦਿਆਂ ਸੁਣਦਿਆਂ ਵਾਚਦਿਆਂ ਅਸੀਂ ਉਹਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਪਿਛਲੇ ਸਮਿਆਂ 'ਚ ਲਗਾਤਾਰ ਗੁਰੂ ਪਾਤਸ਼ਾਹ ਸਾਹਿਬ ਜੀ ਕੀ ਸਾਖੀ ਨੂੰ ਪੜ੍ਹਦਿਆਂ, ਪੁਰਬਾਂ ਦੀਆਂ ਖੁਸ਼ੀਆਂ ਲੈਂਦਿਆਂ, ਇੱਕ ਦੂਜੇ ਨੂੰ ਵਧਾਈਆਂ ਦਿੰਦਿਆਂ ਤੇ ਆਨੰਦ ਮਾਣਦਿਆਂ ਹੋਰ ਅਨੇਕਾਂ ਵਿਸਤਾਰਾਂ ਦੇ ਸਹਿਤ ਸੰਧਿਆ ਦੇ ਸਮੇਂ ਅਸੀਂ ਵਾਚ ਰਹੇ ਸਾਂ ਕਿ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਹੀ ਠਹਿਰੇ ਨੇ। ਘਰ ਪਰਿਵਾਰ ਦੇ ਵਿਵਹਾਰਾਂ ਦੇ ਵਿੱਚੋਂ ਮਹਾਰਾਜ ਨੇ ਹੁਣ ਲਗਭਗ ਸਾਰੇ ਕਿਰਤ ਵਿਵਹਾਰ ਦੇ ਪ੍ਰਬੰਧ ਤਿਆਗ ਛੱਡੇ ਨੇ। ਮਸੀਤ ਵਾਲਾ ਕੌਤਕ ਜੋ ਬਹੁਤ ਪ੍ਰਸਿੱਧ ਹੋਇਆ ਕਿ ਜਾ ਕੇ ਵਰਤ ਚੁੱਕਾ ਹੈ। ਘਰ ਵਿੱਚ ਕੁਝ ਗੱਲਾਂ ਬਾਤਾਂ ਜੋ ਪਰਿਵਾਰਕ ਤਰੀਕੇ ਨਾਲ ਵਰਤ ਰਹੀਆਂ ਸਨ, ਮਹਾਰਾਜ ਉਹਨਾਂ ਨੂੰ ਬੜੇ ਹੀ ਠਰਮੇ ਦੇ ਨਾਲ ਹੈਂਡਲ ਕਰ ਰਹੇ ਨੇ, ਕਿਉਂਕਿ ਪਰਿਵਾਰ ਦੇ ਹਰ ਮਨੁੱਖ ਦਾ, ਹਰ ਜੀਅ ਦਾ ਸੁਭਾਅ ਕਦੇ ਇੱਕ ਸਮਾਨ ਨਹੀਂ ਹੋ ਸਕਦਾ ਔਰ ਇਹੀ ਸਾਨੂੰ ਇੱਥੋਂ ਸਮਝਣਾ ਹੁੰਦਾ ਹੈ। ਸਾਖੀ ਦਾ ਮਤਲਬ ਹੈ ਸਿੱਖਿਆ। ਸਾਖੀ ਦਾ ਮਤਲਬ ਕੋਈ ਕਹਾਣੀ ਨਹੀਂ ਹੈ, ਕਿਸੇ ਗੁਰੂ ਕੀ ਬਖਸ਼ ਜੀਵਨ ਗਾਥਾ ਨੂੰ ਕਹਾਣੀ ਦੇ ਰੂਪ 'ਚ ਵਰਤੀਏ। ਇਹਦਾ ਮਤਲਬ ਹੈ ਸਿੱਖਿਆ। ਅਸਾਂ ਨੇ ਉਸ ਹਰ ਘਟਨਾ 'ਚੋਂ ਕੁਛ ਨਾ ਕੁਛ ਪ੍ਰਾਪਤ ਕਰਨਾ ਹੈ, ਕਿਉਂਕਿ ਉਹ ਪਰਿਵਾਰ ਦੇ ਤੌਰ 'ਤੇ ਗੁਰੂ ਪਾਤਸ਼ਾਹ ਦੇ ਪਰਿਵਾਰਾਂ 'ਚ ਵਰਤਾਈਆਂ ਹੀ ਇਸ ਕਰਕੇ ਗਈਆਂ ਨੇ। ਕਿਉਂਕਿ ਜਦੋਂ ਅਸੀਂ ਕਹਾਂਗੇ ਕਿ ਸਾਰੀ ਕੁਦਰਤ ਸ੍ਰਿਸ਼ਟੀ ਦੇ ਮਾਲਕ ਆਪ ਨੇ, ਸਾਰੀ ਕਾਇਨਾਤ ਉਹਨਾਂ ਦੇ ਹੁਕਮ ਦੇ ਵਿੱਚ ਹੈ, ਤੇ ਕੀ ਘਰ ਪਰਿਵਾਰ ਦੇ ਵਰਤ ਰਹੇ ਵਰਤਾਰੇ ਉਹਨਾਂ ਦੀ ਨਜ਼ਰ 'ਚ ਨਹੀਂ ਗਏ, ਉਹਨਾਂ ਦੇ ਹੁਕਮ 'ਚ ਨਹੀਂ ਗਏ। ਅਸੀਂ ਕਹਿੰਦੇ ਹਾਂ ਕਿ ਮਹਾਰਾਜ ਦੀ ਆਗਿਆ ਤੋਂ ਬਿਨਾਂ, ਉਹਨਾਂ ਦੇ ਇਸ਼ਾਰੇ ਤੋਂ ਬਿਨਾਂ, ਉਹਨਾਂ ਦੀ ਇੱਛਾ ਤੋਂ ਬਿਨਾਂ ਇੱਥੇ ਪੱਤਾ ਵੀ ਨਹੀਂ ਹਿੱਲਦਾ। ਤੇ ਘਰ ਪਰਿਵਾਰ ਜੋ ਕੁਝ ਹੁੰਦਾ ਕਿ ਉਹਨਾਂ ਦੀ ਆਗਿਆ ਤੋਂ ਬਿਨਾਂ ਹੀ ਹੋ ਰਿਹਾ। ਤੇ ਇਹਦਾ ਮਤਲਬ ਹੈ ਨਹੀਂ, ਉਹਨਾਂ ਦੀ ਮਰਜ਼ੀ ਮੁਤਾਬਕ ਹੋ ਰਿਹਾ ਹੈ। ਜਿਸ ਪਰਿਵਾਰ ਦੇ ਜੀਅ ਨੂੰ ਜੋ ਉਹ ਸੇਵਾ ਅੱਜ ਕੱਲ੍ਹ ਸਮਝਣਾ ਤੇ ਡਿਊਟੀ ਲਾਈ ਹੈ, ਉਹ ਉਸ ਨੂੰ ਨਿਭਾ ਰਿਹਾ। ਸਾਨੂੰ ਕਈ ਵਾਰ ਲੱਗਦਾ ਵੀ ਦੇਖੋ ਜੋ ਵਿਰੋਧ ਕਰਦਾ ਪਿਆ, ਉਹ ਕੌੜਾ ਬੋਲਦਾ ਪਿਆ, ਉਹ ਇੱਧਰ ਕਰਦਾ ਪਿਆ, ਉਹ ਬੋਲਦਾ ਪਿਆ, ਪਰ ਜਿਉਂ-ਜਿਉਂ ਅਸੀਂ ਥੋੜ੍ਹਾ ਗਹਿਰਾਈ 'ਚ ਉਤਰਾਂਗੇ ਉਹ ਆਪਣਾ ਕਰਤੱਵ ਨਿਭਾ ਰਿਹਾ, ਆਪਣੀ ਡਿਊਟੀ ਨਿਭਾ ਰਿਹਾ।
ਉਹ ਆਪਣਾ ਇੱਕ ਦਿੱਤਾ ਹੋਇਆ ਰੋਲ ਨਿਭਾ ਰਿਹਾ। ਇਸੇ ਸਾਰੇ ਮੰਡਲ ਨੂੰ ਜਦੋਂ ਅਸੀਂ ਬਹੁਤ ਵੱਡੇ ਮੰਡਲਾਂ ਪੱਧਰਾਂ ਜਾ ਕੇ ਵੇਖਣ ਦਾ, ਵਿਚਾਰਨ ਦਾ, ਸਮਝਣ ਦਾ ਯਤਨ ਕਰਦੇ ਤਾਂ ਪਤਾ ਲੱਗਦਾ ਹੈ ਕਿ ਮਹਾਰਾਜ ਵੀ ਕਹਿੰਦੇ ਨੇ ਕਿ ਇਹ ਸਾਰਾ ਸੰਸਾਰ ਇੱਕ ਨੱਟਬਾਜੀ ਹੈ। ਸੰਸਾਰ ਇੱਕ ਬਾਜੀਗਰ ਦਾ ਖਲਾਰਾ ਹੈ, ਪਸਾਰਾ ਹੈ, ਅਤੇ ਹਰ ਜੀ ਆਪਣੇ ਲਾਈ ਹੋਈ ਜ਼ਿੰਮੇਦਾਰੀ ਨੂੰ ਨਿਭਾ ਰਿਹਾ। ਇਸ ਨੂੰ ਹੋਰ ਗਹਿਰਾ ਸਮਝਣਾ ਹੋਵੇ, ਮਨੁੱਖਾਂ ਦੀ, ਸਾਡੀ, ਤੁਹਾਡੀ, ਇੱਕ ਦੂਜੇ ਦੀ ਕਿਤਨੀ ਕੁ ਕੀਮਤ ਹੈ। ਅਸੀਂ ਸੰਸਾਰ ਦੇ ਨਜ਼ਰ ਨਾਲ ਦੇਖਦੇ ਹਾਂ, ਅਲੱਗ ਬਾਤ ਹੈ। ਜਦੋਂ ਅਸੀਂ ਅਧਿਆਤਮ ਅਤੇ ਪਰਮਾਰਥ ਦੇ ਨਜ਼ਰ ਨਾਲ ਦੇਖਾਂਗੇ ਤਾਂ ਪਤਾ ਲੱਗੇਗਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪੂਰੀ, ਖਿਲਾਵਨ ਹਾਰੂ ਜਾਨ ਹੈ। ਬਸ ਫਰਕ ਇਤਨਾ ਹੁੰਦਾ ਹੈ, ਦੇਖਣ ਵਾਲੇ ਦਾ ਨਜ਼ਰੀਆ ਕੈਸਾ ਹੈ। ਕਿਰਤ ਕਰਮ ਤੇ ਉਹ ਹੋ ਰਿਹਾ ਹੈ, ਕਿਰਿਆ ਤੇ ਕਵਰਤ ਰਹੀ ਹੈ। ਦੇਖਣ ਵਾਲਾ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ। ਅਸੀਂ ਅਧਿਆਤਮ ਦੇਖਦੇ ਹਾਂ, ਦੇਖਣ ਵਾਲੇ ਦਾ ਘਰ ਕਿਹੜਾ ਹੈ। ਆ ਸਾਡੇ ਪੱਠ ਦੇ ਘਰ ਦੀ ਦੇਖਣ ਵਾਲੀ ਮਾਨਸਿਕ ਅਵਸਥਾ ਅਜੇ ਕਦੇ ਕਦੇ ਸਮਝਾਂਗੇ। ਜਿੰਨੇ ਘਰ ਨੇ ਨਾ, ਉਹ ਕੇਵਲ ਵਿਆਕਰਣ ਦੇ ਅਤੇ ਤਬਲੇ ਦੇ ਤਾਲ ਦੇ ਘਰ ਹੀ ਨਹੀਂ ਗੇ। ਦੇਖਣ ਵਾਲੇ ਦਾ ਘਰ ਕਿਹੜਾ ਹੈ। ਦੇਖਣ ਵਾਲਾ ਈਰਖਾ ਦੇ ਘਰ ਵਿੱਚ ਹੈ, ਦੇਖਣ ਵਾਲਾ ਲੋਭ ਦੇ ਘਰ ਵਿੱਚ ਹੈ, ਦੇਖਣ ਵਾਲਾ ਕਾਮ ਦੇ ਘਰ ਵਿੱਚ ਹੈ। ਨਿੰਦਾ, ਚੁਗਲੀ, ਦਵੇਸ਼, ਵੈਮਨਸਤਾ, ਸਿਆਣੇ ਕਹਿੰਦੇ ਨੇ ਇਸੇ ਤਰ੍ਹਾਂ ਦੇ 17 ਘਰ ਨੇ, ਔਰ ਅਸੀਂ ਇਹਨਾਂ ਦੇ ਵਿੱਚ ਵਰਤਦੇ ਗੁਜ਼ਰਦੇ ਰਹਿੰਦੇ ਹਾਂ। ਆ ਗੁਰਬਾਣੀ 'ਚ ਆਪਣੇ ਪੜ੍ਹੇ ਨਾ, 17 ਘਰ ਨੇ। ਕੇਵਲ ਉਹ ਤਬਲੇ ਦੇ ਰਾਗ ਤਾਲ ਵਾਸਤੇ ਨਹੀਂ ਗਏ, ਉਹਨਾਂ 'ਤੇ ਬੜੇ ਹੀ ਵਿਦਵਾਨ ਸਾਡੇ ਅਲੱਗ-ਅਲੱਗ ਵਿਚਾਰਾਂ ਨਾਲ ਲੱਭਣ ਦਾ ਯਤਨ ਕਰਦੇ ਨੇ। ਬਹੁਤ ਸਾਰੇ ਲੇਟੈਸਟ ਵਿਦਵਾਨ ਨੇ ਜੋ ਗੁਰਬਾਣੀ ਦੇ ਤੁਕਾਂ, ਮਾਤਰਾਵਾਂ ਅਤੇ ਇੱਕ ਤੁਕ ਵਿੱਚ, ਇੱਕ ਸ਼ਬਦ ਵਿੱਚ ਕਿਤਨੇ ਪੁਆਇੰਟ ਨੋਟ ਕੀਤੇ ਜਾ ਸਕਦੇ ਉਹਨੂੰ ਲੱਭ ਰਹੇ ਨੇ ਕਿ ਇੱਕ ਸ਼ਬਦ ਵਿੱਚ ਕਿਤਨੇ ਪੁਆਇੰਟ ਨੇ, ਵਿਸ਼ਰਾਮ ਦੇ ਕੇ ਕਿਤਨੀ ਗੱਲਾਂ ਕਹਿ ਰਹੇ ਨੇ ਮਹਾਰਾਜ, ਉਹਨੂੰ ਘਰ ਮੰਨ ਰਹੇ ਨੇ। ਉਹ ਇੱਕ ਘਰ ਹੈ। ਪਰ ਅਸੀਂ ਇਸ ਨੂੰ ਥੋੜ੍ਹਾ ਜਿਹਾ ਦਾਰਸ਼ਨਿਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਬੜਾ ਪਿਆਰਾ ਬਚਨ ਥੋੜ੍ਹੀ ਦੇਰ ਬਾਅਦ ਆਪਾਂ ਪੜ੍ਹਨਾ, ਸੁਣਨਾ ਸਾਰਿਆਂ ਨੇ। ਘਰ ਜਾ ਕੇ ਸ਼ਾਇਦ ਆਪ ਪੜ੍ਹੋ, ਜ਼ਰੂਰੀ ਪੜ੍ਹਨਾ ਚਾਹੀਦਾ ਹੈ। ਜੈ ਘਰ ਕੀਰਤ ਆਖੀ ਹੈ, ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ। ਅੱਖਰੀ ਅਰਥ ਹੀ ਕਰੋਗੇ ਨਾ, ਜੈ ਘਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ। ਇਹ ਗੱਲ ਸਮਝ ਆਈ, ਜਿਸ ਘਰ ਵਿੱਚ ਵਾਹਿਗੁਰੂ ਜੀ ਦੀ ਉਸਤਤ ਹੁੰਦੀ ਹੈ, ਜਿੱਥੇ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਵਿਚਾਰ ਹੁੰਦਾ। ਤਾਂ ਅਸੀਂ ਕੀ ਕਰੀਏ ਹੁਣ, ਤਿਤ ਘਰ ਗਾਵੋ ਸੋਹਿਲਾ। ਤੁਸੀਂ ਵੀ ਉਸੇ ਘਰ ਵਿੱਚ ਪਹੁੰਚੋ ਅਤੇ ਫਿਰ ਸੋਹਿਲਾ ਗਾਓ। ਬਹੁਤ ਵੱਡੀ ਗੱਲ ਹੈ। ਪਹਿਲਾਂ ਉਸ ਘਰ 'ਚ ਪ੍ਰਵੇਸ਼ ਕਰੀਏ। ਜਿਵੇਂ ਅਸੀਂ ਉੱਥੋਂ ਚੱਲ ਕੇ ਆਪਣੇ ਘਰ ਛੱਡ ਕੇ ਗੁਰੂ ਘਰ ਆਏ, ਇੱਥੇ ਆ ਕੇ ਕੀਰਤਨ ਕਰਦੇ ਹਾਂ, ਇੱਥੇ ਆ ਕੇ ਕਥਾ ਸੁਣਦੇ ਹਾਂ, ਕਥਾ ਕਰਦੇ ਹਾਂ ਨਾ। ਆਪਾਂ ਘਰ ਵਿੱਚ ਕਥਾ ਥੋੜ੍ਹਾ ਕਰਦੇ ਹਾਂ, ਨਾ ਘਰ ਵਿੱਚ ਕੀਰਤਨ ਕਰਦੇ ਹੋ, ਨਾ ਘਰ 'ਚ ਕਥਾ ਕੀਰਤਨ ਸੁਣਦੇ ਹੋ। ਜੋ ਉਹ ਸੁਣਦੇ ਹੁੰਦੇ ਉਹ ਟਾਈਮ ਪਾਸ ਹੁੰਦਾ ਹੈ, ਘਰ ਸੰਗਤ ਨਹੀਂ ਕਰਦੇ। ਆਪਾਂ ਇੱਥੇ ਉਚੇਚਾ ਇੱਥੇ ਆਉਂਦੇ ਹਾਂ। ਆਪ ਜੀ ਚੋਂ ਬਹੁਤੇ ਪਰਿਵਾਰਾਂ ਦੇ ਘਰਾਂ 'ਚ ਮਹਾਰਾਜ ਜੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਕੀਤੇ ਨੇ, ਪਰ ਫਿਰ ਵੀ ਇੱਥੇ ਆਉਂਦੇ, ਕਿਉਂਕਿ ਉਹ ਘਰ ਬਦਲਦਾ ਹੈ। ਇਸੇ ਤਰ੍ਹਾਂ ਮਾਨਸਿਕ ਪੱਧਰ 'ਤੇ ਵੀ ਅਭਿਆਸੀਆਂ ਦਾ ਘਰ ਬਦਲਦਾ ਹੈ। ਕਿਸੇ ਘਰ ਜਾ ਕੇ ਲੋਕ ਨਿੰਦਾ ਕਰਦੇ ਨੇ, ਉਹ ਹੌਲੀ ਹੌਲੀ ਜਦੋਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਐਸੇ ਵਿਦਵਾਨਾਂ ਦੇ ਅਭਿਆਸ ਪ੍ਰਗਟ ਹੁੰਦੇ ਨੇ ਕਿ ਜਿਵੇਂ ਅਸੀਂ ਕਿਸੇ ਵੀ ਪੁਆਇੰਟ ਨੂੰ ਛੂਹ ਲੈਂਦੇ ਹਾਂ, ਉਹੋ ਜਿਹੀਆਂ ਗੱਲਾਂ ਹੀ ਮਨੁੱਖ ਦੇ ਅੰਦਰੋਂ ਬੋਲਣਾ ਸ਼ੁਰੂ ਹੋ ਜਾਂਦੀਆਂ ਨੇ। ਅਸੀਂ ਬਹੁਤ ਸਾਰੇ ਵਿਗਿਆਨਕ ਤਕਨੀਕਾਂ ਦੇ ਨਾਲ ਅੱਜ ਵਿਦਵਾਨ ਯੂਨੀਵਰਸਿਟੀਆਂ 'ਚ ਮਨੁੱਖੀ ਦਿਮਾਗ ਨੂੰ, ਮਨੁੱਖੀ ਮੰਡਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਡੇ ਦਿਮਾਗ ਵਿੱਚ ਹੀ ਪਤਾ ਨਹੀਂ ਕਿਤਨੇ ਕੀ ਯਾਦਾਸ਼ਤ ਦੇ ਪੁਆਇੰਟ ਨੇ, ਅਤੇ ਚੇਤਨਾ ਦੀ ਇੱਕ ਛੋਟੀ ਜਿਹੀ ਸੂਈ ਹੈ, ਜਿਸ ਪੁਆਇੰਟ ਨੂੰ ਛੂਹ ਲੈਂਦੀ ਹੈ, ਸਾਡੇ ਚੇਤਨ ਮੰਡਲ 'ਚ ਉਹੀ ਯਾਦਾਂ ਘੁੰਮਣ ਲੱਗ ਪੈਂਦੀਆਂ ਨੇ। ਜਿਹੜੀਆਂ ਨੂੰ ਨਹੀਂ ਛੂਹ ਪਾਉਂਦੇ ਉਸ ਨੂੰ ਯਾਦਾਂ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਕੋਈ ਚੇਤਾ ਕਰ ਤੇ ਅਸੀਂ ਕੀ ਕਰਦੇ ਹਾਂ, ਮੱਥੇ 'ਚ ਹੱਥ ਮਾਰਦੇ ਹਾਂ, ਕੁਝ ਸਮਾਂ ਚੁੱਪ ਕਰਦੇ ਹਾਂ, ਆਪਣੇ ਧਿਆਨ ਨੂੰ ਉਸ ਪਾਸੇ ਲਿਜਾਣੇ ਜਿੱਥੇ ਕੋਈ ਘਟਨਾ ਵਾਪਰੀ ਹੁੰਦੀ ਹੈ। ਕੁਝ ਸਮਝਦੇ ਕਿ ਹਾਂ ਮੈਨੂੰ ਚੇਤਾ ਆ ਗਿਆ। ਪਹਿਲਾਂ ਚੇਤਾ ਨਹੀਂ ਸੀ ਆਇਆ, ਕੁਝ ਧਿਆਨ ਕਰਨ ਦੇ ਨਾਲ ਉਹ ਗੱਲ ਚੇਤੇ ਆ ਜਾਂਦੀ। ਫਿਰ ਸਾਥੋਂ ਥੋੜ੍ਹੀ ਦੇਰ ਬਾਅਦ ਉਹ ਗੱਲ ਇੰਨ ਬਿੰਨ ਸਾਰੀ ਸੁਣ ਲਓ,
पर घंटा पहला सानू कुछ भी चेता नहीं सी, क्योंकि ध्यान की सूई उत्थे पहुँच गई है। इसनूं असीं कदे कदे समझना होवे, विद्यार्थी मंडल के स्क्रीन पर बनाया जाता, जिवें आ कालीन ते बहुत सारे ब्लॉक्स बने ने ना, समझ लो कि बहुत सारे साडे अंदर यादां दे ब्लॉक बने हुए हैं, क्योंकि मनुखी दिमाग यादां नूं अखरां दे विच नहीं संभाल के रखदा, वो तस्वीरां दे ब्लॉक्स नूं देखदा है। ध्यान दे नाल तुसीं जिस ब्लॉक नूं छूओगे उहदे विच की कुछ है, कंप्यूटर 'च की करदे हो तुसीं, छोटा जिहा एक एरो जिस पॉइंट ते लैके जांदे हो, क्लिक मारदे हो, उहदे अंदर जो कुछ तुहाडी स्क्रीन ते आउण लग पैंदा है। इसे तरह बहुत बेहतरीन जुगत है साडे दिमाग दे कोल। असी किस घर विच किस वक्त हैं, इस वक्त असी शरधा के घर विच हुंदे हां। तमाम साडे जी भावें वो किसी जाति धर्म नाल संबंधित हों, जदों अपने धर्म स्थान ते हुंदे ने उदों शरधा के घर विच हुंदे ने, प्रेम के घर विच हुंदे ने। इत्थों बाहर ज्यों-ज्यों असी जाना है, साडे चों शरधा का घर हौली हौली, जिवें असीं इस तरह दरवाजे तो बाहर जाई जाना, शरधा के घर तो बाहर जाई जाना है, असां अपने व्यवहार के घर प्रवेश कर जाना है। इत्थे व्यवहार दी गल्लां नहीं करते, उत्थे व्यवहार दी गल्लां कर पावांगे। किसी ने क्रोध के घर प्रवेश कर जाना, किसी ने चुगली के घर, किसी ने कमेंट्स के घर, बहुत सारी गल्लां ऐसी होण लग पैणीਆਂ ने। इसे तरह निर्भर करता है कि मनुख किस घर का मालक है। मनुख की बिरती, प्रकृति असीं शास्त्र भाषा च कहने आ, मनुख की बिरती किहो जी है, प्रकृति किहो जी है, उहो जिहा ही सामने वाले नूं वो अपने अर्थ ते दस देगा, अपना रंग उत्ते दस देगा, जिसनूं गुरबाणी बहुत बारीकी दे नाल साडे मनोविग्यानक दर्शन नूं समझाया गया। सुखीए कहो पेखै सब सुखिया, रोगी कह भाणै सब रोगी। साडे चों किस जी की किहड़ी ड्यूटी लगी है, की रोल बोलिया है, असां उही बोलना है, उही करना है। असीं उतों अगे नहीं जा सकते, उतों पिछे भी नहीं रह सकते। इस तरह परिवार विच भी हर एक जी नूं कोई रोल मिलिया हुंदा है, उन्होंने वो रोल पूरा करना हुंदा है। कदे कदे कि नहीं की करी, मेरी जिम्मेदारी है। आपां घर विच कई बार बच्चों नूं कुछ कह रहे होने आ तो दूजा कहना क्यों बोलते हो, असीं कहने नहीं मेरी जिम्मेदारी है, मेरा कहना फर्ज बनता मेरा भी, क्योंकि कल नूं मैनूं उलामा मिलना, लै तू रोकिया नहीं टोकिया नहीं, सने सियाणे सी तुहाडे सामने कुछ रोकिया टोकिया नहीं, जिम्मेदारी बनती ना। सानूं पता होना चाहिए असीं की हाँ क्यों हाँ की करते पे आ। इसे तरह परिवार विच कोई व्यक्ति की बोलता है, कुदरती तौर पर उसकी ड्यूटी लगी है। खास करके इहो जिहा परिवार होवे, करी ध्यान लगा सकीए, जगत गुरु नानक साहिब जी नाल संबंधित परिवार होवे कि वो मंद कर भी है, माड़े भाग ने नहीं। आपां श्रृंखला भी वध चुके सां भी संसार के पद्धर ते अगर मापियां चों सब तो वड्डे भागां वाले मापे लभणे ने ते माता तृप्ता जी है ते मेहता कल्याण चंद तो वड्डे भागां वाला माता पिता कौन होएगा, जिन्हां दे घर गुरु नानक जी पुत्र बन के खेडते हैं। सस सहुरे के रूप में सब तो वड्डे भागां वाला अगर कोई जोड़ा लभना है तो बाबा कालू चंद ते माता चंदो राणी तो वध के भागां वाला किहड़ा सहुरा परिवार होएगा, जिन्हां दे दामाद के रूप जवाई के रूप गुरु नानक जी ढुकते हैं। इस्त्री मंडलों के विचों सब तो भागां वाली बीबी सी कहांगे माता सुलखणी है, भैणां दे विचों भागां वाली बेबे नानकी है। हर एक दे अपने अपने भाग नहीं ना, हर एक नूं अपना अपना रोल मिलिया, पर उन्हां भागां वालियां दे बावजूद भी वो किते किते कमेंट्स करते हैं, टीका टिप्पणी करते हैं, क्योंकि उन्हें परिवार दर्शन साडे नाल साझा करना है। हुण तक वाचिया कि बाबा मूलचंद जी ने भी बड़ा कुछ बोलिया, माता चंदू राणी जी ने भी बहुत कुछ बोलिया, पर अगों धर्म की कहता है, असीं तो धर्म कहांगे कि लिबास गुरु नानक पातशाह साहब ने अगों की कीता है, एक भी लफ्ज़ बोल के मोड़ के अगों नहीं किया। कोई ये नहीं कहा भी माता कौड़ा बोलती है कि पिता जी कौड़ा बोलते हैं कि सौरा साहब की कहना, बोले ही नहीं, वो चुप चुप अपना काम करी जा रहे हैं। जो काम उन्होंने करना है, जिस काम नूं तुरे ने वो काम करी जा रहे हैं, और उन्होंने पता मैं की कर रहा, ठीक कर रहे हैं। गुरु नानक अपना काम करी जा रहे हैं। गुरु नानक पातशाह साहब जी के कीते करतबां असीं हौली हौली बेबे नानकी जी दे राਹੀਂ समझण दी यतन करते हैं। आ पिछे कल भी आपने कुछ विचारां साझे कीतियां होणगीਆਂ।
थोड़ा जिहा शायद हो सकता दोहराव हो जाए, मैं यतन करिए कि असीं उत्थे चलीए कि जदों गुरु पातशाह साहब जी सारे घर परिवार के माहौल नूं देख रहे हैं, सस माता जी सहुरा पिता जी ने कुछ बोले नहीं, पर पिता सतगुरु पातशाह ने कोई वचन विलास अगों मुड़ के नहीं किया। अगलेरे दिन उठे ने रोज़मर्रा की तरह अपने इशनान करने वास्ते दरिया और वेहीं ते चले गए ने। इशनान पान करके उत्थे ही टिके रहे ने ते उत्थे टिके टिके अपना कार विहार घर परिवार दी गल्लां बातां सारियां करदे ने। ते उधर घर विच उस दा कल आप जी दे सभाचार नूं कल साझा भी कीता होवेगा कि बाबा मूल चंद साहब जी देखिया भी नानक जी ते अपने इशनान पान ते चले गए ने। कुछ अपने जो गल्लां बातां करनियां सी करके कह के समझा के वरत के वरता के, क्योंकि आया होया धन ते बिया माता सुलखणी जी नूं भाई जयराम जी ने सौंप दिता सी। हुण कहंदे भी चलो चलीए, साडा इत्थे की काम है, कल इत्थों रुके सां वचिए। पिता जी कहन लगे आनन सो इव गुरा उचारी सुनो सुलखणी सुता हमारी। अपनी बेटी सुलखणी नूं कहन लगे बेटा मेरी एक गल सुनो, ਇਹ ਠਾਂ ਅਬ ਨਾ ਤੋਰ ਕਛ ਕਾਜਾ। ਇੱਥੇ ਹੁਣ ਕੀ ਕਰੇਗੀ, ਇੱਥੇ ਤੇਰਾ ਕੋਈ ਕੰਮ ਨਹੀਂ ਹੈ। ਤਵ ਪਤ ਭਾ ਫਕੀਰ ਤਜ ਲਾਜਾ, ਤੇਰਾ ਪਤੀ ਫਕੀਰ ਹੋ ਗਿਆ ਹੈ ਤੇ ਜਿਹਦਾ ਘਰ ਵਾਲਾ ਫਕੀਰ ਹੋ ਕੇ ਚਲਾ ਗਿਆ ਹੈ, ਤੂੰ ਘਰ ਰਹਿ ਕੇ ਕੀ ਕਰੇਗੀ ਇੱਥੇ। ਆਪਰ ਹੈ ਕਵਨ ਕਰਹਿ ਨਿਰਵਾਹਵਾ, ਤੇਰਾ ਨਿਰਵਾਹ ਕਿਵੇਂ ਹੋਏਗਾ, ਤੇਰਾ ਘਰ ਪਰਿਵਾਰ ਦਾ ਖਰਚ ਹੈ, 2 ਬੱਚੇ ਨੇ ਤੇਰੇ ਕੋਲ। सदन चलो मुझ होए सुख तहवा, इंज कर बेटा तू अपना सामान बन ते आपां हुण चलीए इत्थों। भनत नानकी बदन ते इउं ना बने यह बात, क्योंकि घर ते इकट्ठा ही सारा सी। मैं बाबा मूलचंद जी ने फैसला सुनाता कि असीं चलीए, असीं अपनी धी नूं लै जाना है, क्योंकि हुण नानक जी तां फकीर बन के बाहर चले गए, उन्हां ते घर मुड़ना नहीं। तो भाई साड़ी धी किहदे आसरे की, सस सहुरा इत्थे है नहीं, तो कदों तक तुहाडे दरवाजे ते बैठी रहेगी। इस करके असीं इन्हां अपने घर पेकी लै चले हैं। और ये परिवारक तौर पर संभव तो उचित भी यही बनता है कि जो सस सहुरा उत्थे नहीं गए तो बेबी अपने पेकी जाके सुख दा समां बतीत कर सकती, क्योंकि सब तो सुरक्षित थां साडे परिवारां विच पेके घर मने जाते हैं। क्यों भरजाई को अबे जान देओ संग पतात। बेबे नानकी कहने लगे हुणे क्यों, इन्ने काले क्यों पै रहे हो। एक तो करी भरात गत ऐसे, तुसी कदे मेरे वाल देखे है। एक तो भरा जी ने घर बार छड़ दिता है, मेरे ते की गुजरती है। मैं उन्होंने काम नूं गलत नहीं कहती, पर घरों बाहर चले गए, नित हासे खेड़ते घर परिवार च रहिंदे, साज उजाड़ च बैठे ने। एक तो भरा जी ने करतब बड़ा सख्त ते कठोर फैसला लिया, दूती जात भरजाई तैसे, दूजा भरजाई घरों चली जाए तो मेरे पल्ले की रहा, मेरे हथ वास्ते कुछ भी ना रहा ना। इस करके किह बिद उर मैं धीरज धारा हूँ। बाकी ठीक है भी आना जाना बने किते रहना, क्योंकि जो असीं अध्ययन बाकी साखी साहित पढ़ते हैं, ये सतगुरु नानक पातशाह साहब जी ने ही भाई जयराम जी उन्होंने दे नाल ये प्लैनिंग कर ली सी कि सुलखणी जी की मर्जी है वो इत्थे रहन, सुलखणी जी की मर्जी है पेके घर चले जान, सुलखणी जी की मर्जी है अपने सस सहुरा जी के कोल तलवंडी चले जान। क्योंकि हुण इत्थे गुरु नानक जी ने किरत विहार नहीं करना तो लंबियां यात्रावां ते कितना समा बाहर लगना पता नहीं। 2 बच्चे ने, उन्हां दे विच भी सतगुरु पातशाह ने उन्हां दी जिम्मेदारियां वंड दित्तियां सन। आपनूं पता है कि बेबे नानकी साहब जी की अपनी निजी संतान कोई नहीं है, बेबे नानकी की कोई संतान अपनी नहीं है, तो कदे बेबे नानकी जी ने अपने बारे संतान की चाहत ख्वाहिश भी नहीं रखी। जो श्रीचंद जी हुए ने तो उदों ही बेबे नानकी जी की झोली में श्रीचंद पा दिते सन कि इन्हों ही तुसीं अपने पुत्र के रूप में जानना, इन्हों ही पुत्र के उत्ते लाड़ प्यार ममता का जो प्यार है तुहाडे कोल वो तुसीं श्रीचंद नूं देना है। क्योंकि लक्ष्मी दास जी बहुत छोटे सन उस वक्त, तो उस वक्त उन्होंने माँ का प्यार माँ की निकटता बहुत ही चाहिए है। श्रीचंद जी की पढ़ना लिखना पढ़ाई लिखाई जो रिस्पोंसिबिलिटी कह सकी एक बच्चे दियाँ जरूरतां ने पढ़ाइयाँ लिखाइयां के बाबत
ਉਹ ਸਾਰੀ ਕਹਾਣੀ ਸਾਰਾ ਕੁਝ ਬੇਬੇ ਨਾਨਕੀ ਜੀ ਨੇ ਸੌਂਪਿਆ ਸੀ। ਤੇ ਸ਼੍ਰੀ ਚੰਦ ਸਾਹਿਬ ਜੀ ਤੋਂ ਬਾਅਦ ਲక్ష్ਮੀ ਦਾਸ ਜੀ ਦਾ ਜੋ ਪੜ੍ਹਾਈ ਲਿਖਾਈ ਕਾਰ ਵਿਹਾਰ ਸੀ ਉਹ ਮਾਤਾ ਸੁਲੱਖਣੀ ਜੀ ਨੇ ਆਪਣੇ ਪੇਕੀ ਘਰੇ ਆਪਣੇ ਭਰਾਚਾ ਜੀ ਦੇ ਨਾਲ ਪਿਤਾ ਜੀ ਦੇ ਨਾਲ ਰਲ ਕੇ ਕਰਨਾ ਸੀ। ਇਹ ਸਾਰੇ ਗੱਲਾਂ ਬਾਤਾਂ ਹੋ ਚੁੱਕੀਆਂ ਸਨ। ਅੱਗੋਂ ਚੰਦੂ ਰਾਣੀ ਬੈਨ ਅਲਾਏ, ਚੰਦੂ ਰਾਣੀ ਕਹਿਣ ਲੱਗੇ ਕਿ ਅਵਿਲੰਬ ਰਹੇ ਇਹ ਜਾਏ। ਬੇਬੇ ਨਾਨਕੀ ਤੂੰ ਕਹਿੰਦੀ ਹੈ ਕਿ ਇੱਥੇ ਛੱਡ ਜਾਓ, ਇਹਨੂੰ ਰਹਿਣ ਦਿਓ, ਪਰ ਕਿੱਦਾਂ ਬਣਦਾ ਹੈ? ਹੁਣ ਇਹ ਗੱਲ ਬਣਦੀ ਨਹੀਂ, ਕਿਉਂਕਿ ਇਹ ਕਿਹਦਾ ਅਸਰ ਰਹੇਗੀ? ਜੇ ਕੋ ਭਰਤਾ ਪਇਓ ਫਕੀਰਾ, ਵੀ ਜਿਸ ਬੇਬੀ ਦਾ ਘਰ ਵਾਲਾ ਸਾਧ ਹੋ ਕੇ ਬਾਹਰ ਚਲਾ ਜਾਏ, ਧਰੈ ਧੀਰ ਕਿਉਂ ਪਈ ਅਧੀਰਾ, ਇਹ ਤਾਂ ਬੋਲਦੀ ਨਹੀਂ, ਅਧੀਰ ਹੋਈ ਪਈ ਹੈ, ਤੈਨੂੰ ਮੈਂ ਕਿਵੇਂ ਛੱਡ ਕੇ ਚਲੇ? ਮੇਰੀ ਧੀ ਹੈ, ਮੈਂ ਇਹਨੂੰ ਆਪਣੇ ਨਾਲ ਲੈ ਜਾਵਾਂਗੀ ਤਾਂ ਕਿ ਉੱਥੇ ਮੈਂ ਇਹਦਾ ਧਿਆਨ ਰੱਖਾਂਗੀ, ਬੱਚਾ ਛੋਟਾ ਇਹਦੇ ਕੋਲ ਹੈ। ਇਹ ਠਾਂ ਰਹਿਣ ਬਣੇ ਨੇ ਇਨਕੋ। ਦੂਜੀ ਗੱਲ, ਸਮਾਜਿਕ ਤੌਰ 'ਤੇ ਤੇਰੇ ਘਰ ਰਹਿਣਾ ਇਹਨਾਂ ਦਾ ਉਚਿਤ ਨਹੀਂ ਹੈ। ਤੁਹਾਡਾ ਆਪਸ 'ਚ ਬਹੁਤ ਪ੍ਰੇਮ ਪਿਆਰ ਹੈ, ਤੁਸੀਂ ਆਪਸ ਵਿੱਚ ਬਹੁਤ ਇੱਕ ਦੂਜੇ ਨਾਲ ਭੈਣਾਂ ਵਾਂਗ ਵਰਤਦੀਆਂ ਜੇ, ਪਰ ਫਿਰ ਵੀ ਤੁਸੀਂ ਨਨਾਣ ਭਰਜਾਈ ਹੋ, ਅਤੇ ਸਮਾਜਿਕ ਤੌਰ 'ਤੇ ਇਹਨਾਂ ਦਾ ਇੱਥੇ ਰਹਿਣਾ ਉਚਿਤ ਨਹੀਂ। ਹਾਂ, ਜੇ ਇੱਥੇ ਰਹਿਣਾ ਹੁੰਦਾ ਨਿਕਟ ਨਾ ਸਾਸ ਸੁਰ ਘਰ ਜਿਹੇ ਕੋ, ਜੇ ਇੱਥੇ ਦੇ ਸੱਸ ਸਹੁਰਾ ਰਹਿੰਦੇ ਹੁੰਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਆਪਣੀ ਸੱਸ ਕੋਲ ਆਪਣੇ ਸਹੁਰੇ ਦੇ ਘਰ ਪਰਿਵਾਰ 'ਚ ਇਹ ਰਹਿੰਦੇ, ਸਾਨੂੰ ਕੋਈ ਇਤਰਾਜ਼ ਨਹੀਂ ਸੀ। ਪਰ ਚੂੰਕਿ ਇਹਦੇ ਸੱਸ ਸਹੁਰਾ ਇੱਥੇ ਨਹੀਂ ਗਏ ਅਤੇ ਤੁਹਾਡੇ ਕੋਲ ਰਹਿਣਾ, ਨਨਾਣ ਦੇ ਘਰ ਰਹਿਣਾ ਇਹਨਾਂ ਦਾ ਉਚਿਤ ਨਹੀਂ ਹੈ। ਫਿਰ ਦੂਜੀ ਗੱਲ, ਘਰ ਕੋ ਖਰਚ ਅਨਕ ਬਿਦ ਜਈ, ਘਰ ਦਾ ਖਰਚ ਬੜਾ ਹੁੰਦਾ ਹੈ, ਤੁਸੀਂ ਆਪਣਾ ਖਰਚਾ ਕਰਨਾ ਹੈ, ਬੱਚੇ ਦਾ ਖਰਚਾ ਕਰਨਾ ਹੈ, ਇਹਨਾਂ ਦਾ ਖਰਚਾ ਹੈ, ਵੀ ਸਾਰਾ ਬੋਝ ਤੁਹਾਡੇ 'ਤੇ ਖਰਚ ਇੱਕ ਪਰਿਵਾਰ 'ਤੇ ਪੈ ਜਾਏਗਾ। ਇਸ ਕਰਕੇ ਅਹੇ ਆਤਮਜ ਬੈਸ ਲਘੂ ਰਿਦਨ ਸੁਧ ਤਿਨ ਕੋਏ, ਬੱਚੇ ਛੋਟੇ ਨੇ, ਉਹਨਾਂ ਨੂੰ ਅਜੇ ਹੋਸ਼ ਹਵਾਸ ਕੋਈ ਨਹੀਂ, ਅਤੇ ਜਿਨ੍ਹਾਂ ਦੇ ਜਿਹੜੇ ਬੱਚੇ ਛੋਟੇ ਛੋਟੇ ਨੇ ਇਹਦੇ ਪਿਤਾ ਨਾ ਆਨ ਦੁਲਾਰਹੀ ਭੇ ਅਨਾਥ ਸਮ ਸੋਏ। ਹੁਣ ਵੀ ਸੱਚ ਹੈ ਕਿ ਹੁਣ ਪਿਤਾ ਨੇ ਪਤਾ ਨਹੀਂ ਕਦੋਂ ਆਉਣਾ, ਕਦੋਂ ਘਰ ਗੇੜਾ ਮਾਰਨਾ ਉਹਨਾਂ ਨੇ, ਕਦੋਂ ਘਰ ਫੇਰਾ ਪਾਉਣਾ ਪਤਾ ਨਹੀਂ। ਅਤੇ ਇੱਕ ਤਰੀਕੇ ਨਾਲ ਤਾਂ ਇਹਨਾਂ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਹੈ ਨਾ, ਅਤੇ ਪਿਤਾ ਦਾ ਸਾਇਆ ਨਾ ਹੋਏ ਤਾਂ ਫਿਰ ਬਿਹਤਰ ਤਰੀਕਾ ਨਾਨਕੇ ਦਾਦਕੇ ਬੱਚਿਆਂ ਦੇ ਸਿਰ 'ਤੇ ਉਹ ਹੱਥ ਰੱਖਦੇ ਨੇ, ਅਤੇ ਇਹ ਹੱਕ ਹੁਣ ਨਾਨੇ ਕੋਲ ਦਾਦੇ ਕੋਲ ਹੀ ਹੈ। ਕਿਉਂਕਿ ਦਾਦਾ ਜੀ ਇੱਥੇ ਹੈ ਨਹੀਂ, ਇਸ ਕਰਕੇ ਛੋਟੇ ਬੱਚੇ ਨੂੰ ਤਾਂ ਨਾਨਾ ਨਾਨੀ ਹੀ ਪਾਲਣ ਨਾ, ਉਹੀ ਸੰਭਾਲਣ। ਇਸ ਕਰਕੇ ਇਹਨਾਂ ਨੂੰ ਅਸੀਂ ਆਪਣੇ ਨਾਲ ਲੈ ਜਾਣਾ ਹੈ। ਭਨੇ ਨਾਨਕੀ ਮਾਸੀ ਸੁਣੀਏ, ਕਿਉਂਕਿ ਸਾਡੇ ਪਰਿਵਾਰਾਂ 'ਚ ਇਸ ਤਰ੍ਹਾਂ ਜੋ ਰਿਸ਼ਤੇਦਾਰੀਆਂ ਹੁੰਦੀਆਂ, ਵਡੇਰੀਆਂ ਬਜ਼ੁਰਗਾਂ ਨੂੰ ਮਾਸੀ ਕਹਿ ਕੇ ਬੁਲਾਇਆ ਜਾਂਦਾ ਹੈ। ਨਾਨਕੀ ਜੀ ਕਹਿਣ ਲੱਗੇ, ਬੇਬੇ ਜੀ ਮਾਸੀ ਮੇਰੀ ਗੱਲ ਸੁਣੋ, ਤੂੰ ਸਿਆਣੀ ਨਿਜ ਮਨ ਮਹਿ ਗੁਣੀ ਹੈ। ਮਾਸੀ ਤੂੰ ਸਿਆਣੀ ਹੈ, ਤੂੰ ਇੱਕ ਗੱਲ 'ਤੇ ਪੱਕੀ ਕਰ ਲੈ ਨਾ, ਭਰਾਤਾ ਪਰਮੇਸ਼ਵਰ ਸਮਰੂਪਾ, ਮੇਰਾ ਭਰਾ ਪਰਮੇਸ਼ਵਰ ਸਰੂਪ ਹੈ। ਭਾਵ ਨਾਨਕ ਜੀ ਜੋ ਤੁਹਾਡੇ ਦਾਮਾਦ ਨੇ ਅਤੇ ਮੇਰੇ ਭਰਾ ਨੇ, ਰੱਬ ਰੂਪ ਨੇ। ਜਿਹ ਕੋ ਕਰਤਬ ਜਗਤ ਅਨੂਪਾ, ਜਿਨ੍ਹਾਂ ਦੇ ਘਰ ਵਿਹਾਰ, ਜਿਨ੍ਹਾਂ ਦੇ ਕਰਤਬ ਜਗਤ ਵਿੱਚ ਸਭ ਤੋਂ ਵੱਖਰੇ ਅਤੇ ਨਿਰਾਲੇ ਨੇ। ਅੱਜ ਤੱਕ ਉਹਨਾਂ ਦੇ ਕੰਮਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਕੀਤੇ ਹੋਏ ਕਿਰਤ ਨੂੰ ਕੋਈ ਸਮਝ ਨਹੀਂ ਪਾਇਆ। ਮਾਨਵ ਕੇ ਨਾ ਕਰਮ ਹੈ ਐਸੇ, ਜਿਹੜੇ ਉਹ ਕੰਮ ਕਰਦੇ ਨੇ ਉਹ ਆਮ ਬੰਦਾ ਨਹੀਂ ਕਰ ਸਕਦਾ, ਅਤੇ ਜਿਹੜੇ ਆਮ ਬੰਦਿਆਂ ਦੇ ਕਰਤੱਵ ਇੱਦਾਂ ਦੇ ਨਹੀਂ ਹੁੰਦੇ ਜਿੱਦਾਂ ਦੇ ਭਰਾ ਜੀ ਕਰਦੇ ਨੇ। ਕਰਤ ਅਲੌਕਿਕ ਬਹੁ ਜੈਸੇ, ਭਰਾਤਾ ਜੀ ਅਲੌਕਿਕ ਕਰਮ ਕਰਦੇ ਨੇ। ਸੰਸਾਰ ਬੇਨਤੀ ਕਰਨ ਦੋ ਪ੍ਰਕਾਰ ਦੇ ਕਰਮ ਮੰਨੇ ਜਾਂਦੇ ਨੇ, ਲੌਕਿਕ ਅਤੇ ਅਲੌਕਿਕ। ਆਪਾਂ ਲੋਕ ਕਰਕੇ ਅਲੌਕਿਕ, ਲੌਕਿਕ ਕਰਮ ਨੇ ਸਾਡੇ ਤੁਹਾਡੇ ਘਰ ਪਰਿਵਾਰਾਂ 'ਚ ਜੋ ਅਸੀਂ ਵਿਵਹਾਰ ਕਰਦੇ ਹਾਂ, ਰਿਜ਼ਕ ਕਮਾਉਣ ਦੀ, ਰੋਟੀ ਕਮਾਉਣ ਦੀ, ਘਰ ਪਰਿਵਾਰ ਬੱਚੇ ਰਿਸ਼ਤੇਦਾਰੀ ਪਾਲਣ ਨਿਭਾਉਣੀ, ਇਹ ਸਭ ਲੌਕਿਕ ਕਰਮ ਹੈ। ਅਤੇ ਅਲੌਕਿਕ ਕਰਮ ਉਹ ਹੁੰਦੇ ਨੇ ਜੋ ਸੰਸਾਰ ਦੀਆਂ ਇਹਨਾਂ ਵਿਵਹਾਰਕ ਰੀਤੀ ਰਿਵਾਜ਼ਾਂ ਰਸਮਾਂ ਤੋਂ ਉੱਚਾ ਉੱਠ ਜਾਂਦੇ ਨੇ, ਉਹ ਅਲੌਕਿਕ ਕਰਮ ਹੁੰਦੇ। ਜਿਵੇਂ ਅਸੀਂ ਕਹੀਏ ਵੀ ਕੋਈ ਘਰ ਪਰਿਵਾਰ ਦੇ ਘਰ ਵਿਹਾਰ ਕਰਦਿਆਂ ਹੋਇਆਂ ਵੀ ਭਾਈ ਭਗਤੀ 'ਚ ਬੜਾ ਉੱਚਾ ਹੈ, ਅਲੌਕਿਕ ਹੈ। ਕਬੀਰ ਸਾਹਿਬ ਅਲੌਕਿਕ ਨੇ, ਰਵਿਦਾਸ ਅਲੌਕਿਕ ਨੇ, ਜਿਹੜੇ ਘਰ ਪਰਿਵਾਰ ਦੇ ਕਰਤੱਵ ਵੀ ਕਰਦੇ ਨੇ, ਪਰ ਜਿਹੜੇ ਕਰਮ ਘਰ ਪਰਿਵਾਰ ਨਾਲ ਸਿੱਧੇ ਤੌਰ 'ਤੇ ਸੰਬੰਧ ਨਹੀਂ ਹੁੰਦੇ,
ਜਿਨ੍ਹਾਂ ਦਾ ਸਿੱਧਾ ਸੰਬੰਧ ਨਿਰੰਕਾਰੀ ਖੇਡਾਂ ਨਾਲ ਹੁੰਦਾ ਹੈ, ਉਹਨਾਂ ਨੂੰ ਅਸੀਂ ਅਲੌਕਿਕ ਕਰਮ ਕਹਿੰਦੇ। ਕਹਿਣ ਲੱਗੇ ਇਹਨਾਂ ਦੇ ਕਰਮ ਤੇ ਸ਼ੁਰੂ ਤੋਂ ਅਲੌਕਿਕ ਹੀ ਨੇ, ਅਲੋਕਾਰੀ ਨੇ। ਹੀਰਤ ਸੁਣਤਿਓ ਹੋ ਤੇ ਅਚੰਬਾ। ਅਸੀਂ ਛੋਟੇ ਹੁੰਦਿਆਂ ਤੋਂ ਇਹਨਾਂ ਦੇ ਕੰਮ ਸੁਣਦੇ ਆਏ ਹਾਂ, ਦੇਖਦੇ ਹਾਂ ਅਸੀਂ, ਤੁਸਾਂ ਤੇ ਹੁਣ ਦੇਖੇ। ਮੈਂ ਤਾਂ ਇਹਨਾਂ ਨੂੰ ਬਚਪਨ ਤੋਂ ਦੇਖ ਰਹੀ ਹਾਂ, ਕਿਉਂਕਿ ਬੇਬੇ ਨਾਨਕੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 5 ਵਰ੍ਹੇ ਵੱਡੇ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜਦੋਂ ਕੌਤਕ ਆਰੰਭ ਕੀਤੇ, ਯਾਨੀ ਕਿ 5 ਕੁ ਵਰ੍ਹਿਆਂ ਦੇ ਹੋ ਕੇ ਜਦੋਂ ਕੌਤਕ ਆਰੰਭ ਕੀਤੇ, ਅਤੇ ਬੇਬੇ ਜਦੋਂ 10 ਕੁ ਵਰ੍ਹਿਆਂ ਦੇ ਨੇ। ਅਤੇ 10 ਕੁ ਵਰ੍ਹਿਆਂ ਦੇ ਬੱਚੇ ਨੂੰ ਹੋਸ਼ ਹੁੰਦੀ ਹੈ। ਕਹਿ ਲੱਗੀ ਮਾਸੀ ਮੈਂ ਤਾਂ ਬਚਪਨ ਤੋਂ ਇਹਨਾਂ ਦੇ ਕੌਤਕ ਦੇਖਦੀ ਆਈ ਹਾਂ, ਇਹ ਜੋ ਕੁਛ ਵੀ ਕਰਦੇ ਨੇ ਇਹ ਅਲੌਕਾਰੀ ਹੁੰਦਾ ਹੈ, ਅਲੌਕਿਕ ਕਰਮ ਹੀ ਹੁੰਦਾ ਹੈ। ਸਫਤ ਮੋਹੇ ਨ ਉਚਰੋਂ ਤੰਬਾ। ਮਾਸੀ ਮੈਂ ਤੁਹਾਡੇ ਦੇ ਸਹੁੰ ਖਾ ਕੇ ਕਹੀ ਨਹੀਂ, ਮੈਂ ਝੂਠ ਨਹੀਂ ਕਹਿ ਰਹੀ। ਇਹ ਨਾ ਜਾਚਣਾ ਕਿ ਮੇਰਾ ਭਰਾ ਹੈ ਅਤੇ ਮੈਂ ਆਪਣੇ ਭਰਾ ਦੀ ਤਾਰੀਫ ਕਰਦੀ ਪਈ ਹਾਂ। ਸੱਚ ਦੱਸਾਂ, ਸਗਲ ਨਗਰ ਨਰ ਪਰਸਪਰ ਉਚਰਤ ਭੇ ਬਹੁ ਬਾਰ। ਮੈਂ ਆਪਣੇ ਘਰ ਜਦੋਂ ਬਚਪਨ ਸਾਂ, ਉਦੋਂ ਆਪਣੇ ਪਿੰਡ ਨਗਰ ਵਿੱਚ ਵੀ ਸੁਣਿਆ ਦੇਖਿਆ ਏ। ਠੀਕ ਹੈ, ਅਸੀਂ ਉਸ ਵਕਤ ਇਹਨਾਂ ਨਾਲ ਨਹੀਂ ਵਰਤਦੇ, ਇਹ ਬਚਪਨ 'ਚ ਬਹੁਤ ਸਾਰੀ ਖੇਡਾਂ ਸੀ ਸੁਣੀਆਂ। ਘਰ ਸਰਬ ਦਰਬ ਖਰਚਨ ਕਰਿਓ, ਟੋਟਾ ਹੋਏ ਅਪਾਰ। ਇੱਥੇ ਹੀ ਸੁਣ ਲਾ ਫਿਰ, ਚਲੋ ਬਚਪਨ ਦੀਆਂ ਗੱਲਾਂ ਤੇ ਛੱਡ। ਆ ਪਿਛਲੇ ਸਮਿਆਂ ਤੋਂ ਹੀ, ਜਦੋਂ ਤੋਂ ਇਹਨਾਂ ਨੇ ਆ ਮੋਦੀ ਖਾਨੇ ਦੀ ਕਾਰ ਕਿਰਤ ਨੂੰ ਆਰੰਭਿਆ ਹੈ, ਉਦੋਂ ਤੋਂ ਹੀ ਪਤਾ ਨਹੀਂ ਕਿਤਨੀ ਵਾਰ ਕਿੰਨੇ ਲੋਕਾਂ ਨੇ ਇਹ ਗੱਲਾਂ ਕੀਤੀਆਂ ਕਿ ਨਾਨਕ ਖਰਚ ਬੜਾ ਕਰਦੇ ਨੇ, ਨਾਨਕ ਦਾ ਖਰਚ ਬਹੁਤ ਜ਼ਿਆਦਾ ਹੈ, ਅਤੇ ਇਹ ਖਰਚ ਦਾ ਮਤਲਬ ਹੈ ਕਰਜ਼ਦਾਰ ਹੋ ਜਾਣਗੇ, ਕਰਜ਼ਾਈ ਹੋ ਜਾਏਗਾ, ਨਵਾਬ ਦਾ ਕਰਜ਼ਾ ਚੜ੍ਹ ਜਾਏਗਾ, ਲੇਖਾ ਕਿੱਥੋਂ ਦੇਣਗੇ। ਬੜਾ ਸੁਣਿਆ, ਘਾਟਾ ਪੈ ਜਾਏਗਾ ਇਹਨਾਂ ਨੂੰ, ਵਪਾਰ 'ਚ ਘਾਟਾ ਹੋ ਜਾਏਗਾ। ਪਰ ਮਾਸੀ ਅਜੇ ਤੱਕ ਦੱਸ ਕੀ ਵਪਾਰ 'ਚ ਘਾਟਾ ਪਿਆ? ਇੰਨਾ ਖਰਚ ਕਰਦੇ ਨੇ, ਤੁਸੀਂ ਦੇਖਦੇ ਹੋ। ਇਹਨਾਂ ਲੁਟਾਉਂਦੇ ਨੇ, ਤੁਹਾਡੀ ਭਾਸ਼ਾ 'ਚ ਇਹ ਤਾਂ ਲੁਟਾਉਂਦੇ ਬਹੁਤ ਨੇ। ਜਿਹੜਾ ਆਇਆ ਸਾਹਮਣੇ ਜੋ ਮੰਗਿਆ ਉਹਨੂੰ ਦੇ ਦਿੰਦੇ ਨੇ, ਪਰ ਇਹ ਦੱਸ ਕੀ ਅਜੇ ਤੱਕ ਕਦੇ ਇਹਨਾਂ ਨੂੰ ਵਪਾਰ 'ਚ ਘਾਟਾ ਪਿਆ? ਲੋਕ ਕਹਿੰਦੇ ਸਨ, ਮਾਸੀ ਮੇਰੇ ਮੂੰਹ 'ਤੇ ਲੋਕ ਕਹਿੰਦੇ ਸਨ, ਖੋਏ ਦਰਬ ਕੋ ਜਾਵਹਿ ਭਾਜੂ। ਇਹਨੇ ਤੇ ਘਰ ਖਰਚ ਕੇ ਉਜਾੜ ਕੇ ਭੱਜ ਜਾਣਾ ਹੈ। ਕਿਦੋਂ ਗਹਿ ਖਾਨ ਸਿਰ ਤਾਜੂ। ਅਤੇ ਜਾਂ ਖਾਨ ਨੇ ਕਰਜ਼ੇ ਦੇ ਚੱਕਰ 'ਚ ਨਾਨਕ ਨੂੰ ਗ੍ਰਿਫਤਾਰ ਕਰ ਲੈਣਾ, ਫੜ ਲੈਣਾ। ਕੇਤਿਕ ਕਹੇ ਆਨ ਹਮ ਪਾਸਾ। ਮਾਸੀ ਕਈ ਲੋਕ ਤਾਂ ਸਿੱਧਾ ਸਾਡੇ ਮੂੰਹ 'ਤੇ ਸਾਡੇ ਘਰ ਆ ਕੇ ਕਹਿੰਦੇ ਹੁੰਦੇ ਸਨ, ਸੁਨਹਿ ਲੋਕ ਕਹੇ ਮਨ ਹੈ ਤਰਾਸਾ। ਸਾਡੇ ਘਰ ਗੱਲਾਂ ਹੁੰਦੀਆਂ ਸਨ, ਦੇਖਦੇ ਸਨ ਲੋਕ, ਡਰਦੇ ਸਨ ਲੋਕ ਵੀ ਖਰਚੇ ਦਰਬ ਨਰੇਸ਼ ਸਮਾਨਾ, ਵੀ ਨਾਨਕ ਰਾਜਿਆਂ ਵਾਂਗੂ ਖਰਚਾ ਕਰਦੇ ਆ। ਇਹ ਕਾਮ ਮੋਦੀ ਖਾਨ ਦਾ ਕਾਰ ਵਿਹਾਰ ਮਨ ਵੀ ਲਿਆ ਕਿ ਵੱਡਾ ਅਫਸਰ ਹੈ, ਪਰ ਰਾਜਾ ਤੇ ਨਹੀਂ ਨਾ। ਪਰ ਖਰਚ ਰਾਜਿਆਂ ਵਾਂਗ ਕਰਦੇ ਸਨ। ਉਹਨੇ ਤੇ ਰਾਜੇ ਦੇ ਘਰ ਖਾਣੇ ਨਹੀਂ ਪੱਕਦੇ ਹੋਣੇ ਜਿੰਨੇ ਮਨੁੱਖਾਂ ਦੀ ਭੀੜ ਤੇ ਜਿੰਨੇ ਮਨੁੱਖਾਂ ਦਾ ਖਾਣਾ ਰੋਜ਼ ਸਾਡੇ ਘਰ ਪੱਕਦਾ ਸੀ। ਕਈ ਸਾਲ ਨਿਰੰਤਰ ਇਹ ਖਾਣਾ ਰੋਜ਼ ਪੱਕਦਾ ਰਿਹਾ। ਆਏ ਗਏ ਵਪਾਰੀਆਂ ਦਾ, ਸਾਧੂਆਂ ਦਾ, ਫਕੀਰਾਂ ਦਾ, ਯਾਤਰੀਆਂ ਦਾ, ਨਾਨਕ ਦੇ ਘਰ ਖੁੱਲ੍ਹਾ ਲੰਗਰ ਚੱਲਦਾ ਰਹਿੰਦਾ ਹੈ। ਜਾਚਨ ਕੋ ਛੂ ਛਪਿਆਨਾ। ਲੋਕ ਕਹਿੰਦੇ ਹੁੰਦੇ ਸਨ ਕਿ ਲੈ ਜਦੋਂ ਸਰਕਾਰੀ ਜਾਂਚ ਪੜਤਾਲ ਹੋਈ ਉਦੋਂ ਹੀ ਇਹਦਾ ਖਾਲੀ ਹੋ ਜਾਣਾ ਹੈ, ਕਰਜ਼ੇ ਨਿਕਲਣਾ ਹੈ, ਘਾਟਾ ਨਿਕਲਣਾ ਹੈ। ਪਰਮਾਸੀ ਅੱਜ ਤੋਂ 3 ਵਾਰ ਖਰਚੇ ਸਾਂਝੇ ਗਏ, 3 ਵਾਰ ਸਰਕਾਰੀ ਇਨਕੁਆਰੀਆਂ ਹੋਈਆਂ, 3 ਵਾਰ ਵੱਡੇ ਵੱਡੇ ਲੇਖੇ ਹੋਏ। ਕਰੇ ਖਾਨ ਨਿਜ ਲੇਖਾ ਜਬ ਹੀ। ਜਦੋਂ ਵੀ ਸਰਕਾਰੀ ਤੌਰ 'ਤੇ ਲੇਖਾ ਬਹਿ ਕੇ ਕੀਤਾ ਗਿਆ, ਬਾਕੀ ਨਿਕਸੈ ਅਧ ਕੈ ਤਬ ਹੀ। ਸਦੋਂ ਇਹਨਾਂ ਦਾ ਹੀ ਉਲਟਾ ਜਮ੍ਹਾਂ ਨਿਕਲਦਾ ਰਿਹਾ। ਇਹਨਾਂ ਖਰਚ ਕਰਕੇ, ਇਹਨਾਂ ਵੰਡ ਕੇ ਖਰਚ ਕੇ ਵੀ ਇਹਨਾਂ ਦੀ ਪੂੰਜੀ ਸਰਕਾਰ ਦੇ ਖਜ਼ਾਨੇ 'ਚ ਬਹੁਤੀ ਜਮ੍ਹਾਂ ਹੀ ਨਿਕਲਦੀ ਰਹੀ ਹੈ, ਵੀ ਵਾਪਸ ਹੀ ਮਿਲਦੀ। ਔਰ ਅਸੀਂ ਸਾਖੀ 'ਚ ਪੜ੍ਹਿਆ ਕਿ ਪਹਿਲੀ ਵਾਰ, ਦੂਜੀ ਵਾਰ, ਤੀਜੀ ਵਾਰ, ਹਰ ਵਾਰੀ ਰਕਮ ਵੱਧਦੀ ਗਈ ਹੈ, ਵੱਧਦੀ ਗਈ ਹੈ। ਕਿੱਥੇ ਪਹਿਲਾਂ 133, ਫਿਰ 330 ਅਤੇ ਫਿਰ 760। ਉਸ ਵਕਤ ਦੀਆਂ ਰਕਮਾਂ ਖਰਚ ਕਰਕੇ, ਔਰ 760 'ਤੇ ਉਦੋਂ ਰਕਮ ਵੱਧ ਨਿਕਲੀ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਮੋਦੀਖਾਨਾ ਖੁੱਲ੍ਹੀ ਛੋਟ ਹੀ ਦੇਤੀ ਸੀ ਵੀ ਅੱਜ ਸਵੇਰ ਤੋਂ ਲੈ ਕੇ ਲਓ ਜੀ, ਜਿਹਦਾ ਜੋ ਕਰਦਾ ਚੁੱਕ ਕੇ ਲੈ ਜਾਓ, ਜੋ ਕਿਸੇ ਚਿੱਤ ਕਰਦਾ ਸਾਜੋ ਸਮਾਨ ਲੈ ਜਾਓ, ਹੱਟੀ ਦਾ ਦਰ ਖੁੱਲ੍ਹਾ ਹੈ।
तो लोग अपनी मर्जी ਨਾਲ सामान चुक के लै गए सन। फिर भी ਜਦੋਂ हिसाब किया तो 760 रुपये गुरु नानक दे स्टॉक पूरा करके फिर जमा निकले ने, और मिले भी नहीं घर आके। ਅਸੀਂ देखा ना 380 रुपये घर भी आए ने, खुले खर्च के वंड के भी। तो बेनती करा उदों के 380 रुपये अज के गुणा भाग करांगे शायद लखां के मुताबिक हो जाएंगे। कहन लगे सुनवासी तुसीं तो गुस्सा कर के सुन सी देखे कुछ नहीं। बुन वेई मैं 30 दीना, वेई दे विच 3 दिन रहे खोज ने काहू चीना। आला दौड़ा तलाश लिया, राह खोजन वाले टोबे जाल पा के दूर दुराडे तक लोग, कुछ किसी नूं मिलिया नहीं। पर आन 3 दिन नदी विच रहे, कित्थे रहे किसी नूं पता है कुछ, कित्थे गए किसी नूं लभे नहीं। पर फिर ठीक ठाक ने ना। आन दुकाने सर्ब लुटाई, फिर आके अपनी दुकान अपनी हट्टी सारी खुली दरी खोल दिता भी जो किसी का चित्त करदा लै जाओ भाई वंड लो। लूटत तृप्ते टोट न आई, समान चुक के खड़न वाले थक गए। पर कितों घाटा पिया। जो सरकार के बंदियां ने हिसाब किया तो सारा सरकार का स्टॉक पूरा करके भी 760 रुपये इन्हां दी वध निकले ने ना। इस करके सुन मासी और भई यह बात आ मासी तेन फिर होर नहीं पता, तो सुनिया नहीं, जो मसीत सब तुम बखियाता। मसीत विच की करके आए ने तेनों भी पता है। सब तुहानूं देखिया, तुसीं किसे बस नज़रिया बदलो अपना, अपनी नज़र नूं बदल के देखो, गुस्से तो शांत हो के देखो। ये साडे वर्गा आम मनुख नहीं है। शक्त न ऐसी कि नर माही, कि किसी बंदे च इहो जी ताकत है जो नानक जी ने मसीत विच कीता है। नवाब दे नाल जाना, मसीत नवाब जाके फिर नमाज नहीं पढ़नी, फिर अगलियां दे दिलों दियां दस देनियां, कि ये आम बंदियां दे काम ने। असी मेरे भरा आम बंदा नहीं है, तो इसनूं आम बंदे वांग मत देखो, इसनूं आम बंदे वांग मत विचार करो। वरती रिते बतावे ताही, इन्हां दी सारियां गल्लां उन्हां दे हिरदे दस देणियां। चलो तुसीं कहंदे हो घर आउंदे नहीं, घर गलबात नहीं करते, परझाई पर क्रोध कछ जो कर तो मम भरात। आ विआह तो इन्ने 8-10 सालां दे विच अगर किते वक्त इन्होंने घर च गुस्सा किया होवे, हाथ बंद कर बेनती बख्शावत सब भांत। अज मैं माफ़ी मंगदी हाँ कि हो सकता घर च कदे कोई वध घाट हुई होवे, उन्हां बोलिया जां नहीं किया, हो सकता कोई काम करना होवे नहीं किया, जो भरजाई ने कहा होवे तो उन्हां ना किया होवे, तुसां कहा तो उन्हां ना किया होवे, जिन्हों आपां कहने परिवारक वध घाट हुई होवे, तो मासी मैं हथ जोड़ के माफ़ी मंगदी हाँ। पर एक बेनती है, रोस प्रतीक ना होए मन माही। मेरे वीरे दे मेरे मन विच किसी प्रकार का तुहाडे प्रति कोई रोस नहीं है। को कुचाल तिन के तन नाही। फिर दूजी गल, इन्ना चिर हो गया तुसीं कहंदे हो माड़े ने, इन्ने चिर दे विच कोई माड़ा करतब अपने जवाई विच वेखिया जी? किसी प्रकार का कोई नशा, कोई माड़ा चाल चलन, कोई क्रोध की गल, किसी माड़ी संगत विच, माड़े लोकां दे नाल, परिवार विच उच्चा नीवां बोलना, रिश्तेदारी विच किते कोई वध घाट, किसी दे व्यवहार विच कोई फर्क, की ऐसा कोई वेखिया जे? आपत जो और महसो करी। हाँ ये गल सच है, जो चित्त हुंदा करदे हो ने, मर्जी दे मालक ने, किसी लोक की लाज न धारे। अस जो असी लोग तुसीं कहंदे हैं लोक लाज, ये लोक लाज नहीं करते। इन्हां जो करना हुंदा खरा करते ने, दस के करते ने, अपनी मर्जी का करते ने, लोक लाज की परवाह नहीं जे करते। ते पर नहीं बस मासी, मासी मेरा उत्ते कोई जोर नहीं गा, क्योंकि उनका मन है, तो उनका मन ऐसा है कि लोक लाज नहीं मनते, और जदों भी कोई काम करते हैं खरा करते हैं, उन्होंने दे कीते बोलों नूं कीते कामां नूं वड्डे वड्डे लोक मनते हैं। इस करके सब गुण ऐन जमाता तुमरा,
दस माई अवगुण किहड़ा है तुहाडे जवाई च? कोई अवगुण, एक अवगुण लभ के दस दे। इन्ना समा हो गया तुहानूं वरतदियां आउंदियां जांदियां, विआह तो बाद दो बालक उन्हां दे घर, कोई एक अवगुण लभ के दसो ना भी उन्हें कदे किसी ने कौड़ा बोलिया, कोई गल मंदा कीता, कोई झूठ बोलिया, तुहाडा लैके दिता नहीं, कोई तुहाडे मान सन्मान फर्क पाया। लोगों के जवाई घर जाते, घर च लोगों को वक्त पै जाता है, कदे तुहाडे घर गए तो वध घट होया होवे, विआह के समय तो कोई बरात वालों इन्हां वालों कोई वध घट हुई होवे, कोई एक गलती तो नानक दी कढ़ के दसो ना। मर्म जो तिसको जाए ना जाना, पर फिर भी मासी उहदे मन का भेत नहीं कोई जान सकता। नानक जी के मन विच की है ये नहीं कोई जान पाएगा। कारण कौन वेख क्यों ठाना, की कारण है ये मैनू भी नहीं पता भी उन्होंने घर बार क्यों त्याग दिता है, फकीरी लिबास क्यों पा लिए, उन्हें हट्टी पट्टी क्यों छड़ दी है, ये मैनू नहीं पता। ये बारे मैं भी नहीं कुछ कह सकती। चलो मैं एक बेनती करदे, रहन दिओ हेठां भरजाई, तुसीं इंज करो ना भरजाई नूं मेरे को रहन दिओ, मुझ कर मुझ पर उपकार भला, मेरे ते भला कर दिओ, मेरे ते उपकार कर दिओ कि भरजाई नूं मेरे को रहन दिओ। ले हठ कर ले जावो अभी, तो जे हठ करके ले जाओगे तो उधर जाए रिदा ममता बही, मेरा मन उधर जाएगा मासी, मैं किहदे नाल मन परचावा करांगी, किहदे नाल बोलांगी, की गल करांगी। भरा घरों बाहर जाके बैठा है, भरा भरजाई घरों बाहर चली जाए, पेके चली जाए, तो मैं की करांगी, मैं किनू क्यों की जवाब देंगी। ले जावहें संग निज रहन नहिया बन आए। अगों मूला जी थोड़ा कुछ बेनती करा कि यही तो सुन समझना है कि हर मनुख अपने सुभाव मुताबिक, अपने जो व्यवहार करता है वो मुताबिक ही बोलता तो करता है। बाबा मूलचंद जी एक वो स्वरूप, वो रोल उन्होंने कोल है कि कौड़ा सुभाव, कठोर सुभाव, बिल्कुल नीतियां दे लकीर दे फकीर कहने लगे नहीं हुण नहीं हो सकता, हुण असीं अपनी धी ले जानी है, क्योंकि घर वाला घर नहीं, सस सहुरा इत्थे नहीं, इस करके असीं इहनूं इत्थे रहण नहीं देना। अगों बेबे कहन लगे, सुन मासी नहीं जोर हमारे, मासी गल इदां कि मेरा जोर तो नहीं ना, भरजाई तो मेरा कोई जोर नहीं, तुहाडे ते मेरा कोई जोर नहीं। फिर एक बेनती है, हमरी बेनती सुनो जे काना, फिर मेरी एक बेनती तो सुन सकते हो ना। ठीक है, मैं मना भी नहीं कर सकती, क्योंकि पिता जी कहते हैं इसे अगों मुड़ के जवाब नहीं दे सकते, तोड़ नहीं सकते, वड्डियां दा गल कट्टनी नहीं चाहिए। बहुत वड्डी गल है कि बेबे नानकी वर्गी शख्सियत भी वड्डियां दी गल कट्टदे नहीं गए, कहते कि मैं गल पिता जी की कट्टदी नहीं, पर बेनती करती है, हमरी बिनती सुनो जे काना। ठीक है, छोर जाओ तुम ए स्थाना, ठीक है तुम चले हो, इन्हूं लै चले हो, सबकी सुध ले वह कर तारा। तो जे इन्हूं इत्थे छड्ड के जाओगे, तुसीं कहंदे खर्चे की गल साडे ते खर्च पै जाएगा, तो जे हुण तक कदे खर्चे की परवाह नहीं आई तो अगे भी नहीं आनी है। जिन्होंने गुरु नानक महाराज जी सत करतार कहते हैं, वो करतार ही सब की प्रतिपालना करेगा, सब की कलाधारी वो ही सब के सिर ते हाथ रखेगा। कर है सेव बल जितो हमारा, तुसीं नूं छड्ड के देखो, मैं सेवा करांगी भरजाई दी, जितना मेरा बल होएगा, जितनी मेरी समर्था है, मैं अपने ताण के मुताबिक अपनी भरजाई की रब रूप होकर सेवा करांगी। असन बसन बहो प्रभ ने दीना, रही गल धन खाण पीण हंडाण दी, वो रब का दिता बहुत है, घर च किसी प्रकार की कमी कोई नहीं। रल मिल खावहें भेद बहीना, हुण तक भी तुसीं रल मिल के खाने आ, हुण तक साडा किरा घर वंडिया होया। ठीक है, कहण कहाण साडे घर अलग अलग ने, पर कुछ वंडिया थोड़ा है, जो नानक जी के घर है साडा है, तो जो साडे घर नानक जी का। इस करके हेठा रहन ना तुम मन भाई, ये ठीक है। जे तुहाडा मन इत्थे नहीं चंगा लगता तो तौ तलवंडी देहो पुजाई, तां तुसीं किरपा करो भरजाई नूं तलवंडी भेज दिओ। रहे सास के निकट सुखारी, चलो तुसीं कहंदे हो इत्थे कोई वड्डा नहीं,
ਉੱਥੇ ਸੱਸ ਮਾਤਾ ਸੱਸ ਸਹੁਰੇ ਨੇ ਸੱਸ ਸਹੁਰੇ ਦੇ ਕੋਲ ਜਾ ਕੇ ਰਹਿ ਲੈਣ, ਇਹ ਤੁਹਾਡੀ ਮਰਜ਼ੀ ਹੈ। ਕਰਹਿ ਸੁਪੋਤਰਨ ਕੀ ਪ੍ਰਤਪਾਰੀ। ਤੇ ਮਾਸੀ ਫਿਰ ਹਰ ਦਾਦਾ ਦਾਦੀ ਆਪਣੇ ਬੱਚਿਆਂ ਤੋਂ ਵੱਧ ਕੇ ਆਪਣੇ ਪੋਤਰਿਆਂ ਧੀਆਂ ਪੁੱਤਰਾਂ ਦੀ ਪਾਲਣਾ ਕਰਦੇ ਨੇ। ਇੰਜ ਕਰੋ ਤੁਸੀਂ ਇੱਥੇ ਨਹੀਂ ਤੇ ਇਹਨੂੰ ਤਲਵੰਡੀ ਛੱਡ ਦਿਓ। ਫਿਰ ਅਗਲੀਆਂ ਗੱਲਾਂ ਸਮੇਂ ਦੇ ਨਾਲ ਆਪਾਂ ਵਾਚਾਂਗੇ। ਪਰਿਵਾਰਕ ਦਰਸ਼ਨ ਠਹਿਰ ਕੇ ਵਾਚਣ ਵਾਲੀਆਂ ਗੱਲਾਂ ਨੇ ਕਿ ਪਰਿਵਾਰ ਦਰਸ਼ਨ 'ਚ ਕਿਵੇਂ ਮੂਲ ਚੰਦ ਜੀ ਚੰਦੂ ਰਣ ਜੀ ਨਹੀਂ ਮੰਨੇ, ਲੈ ਕੇ ਚਲੇ ਜਾਂਦੇ। ਤੇ ਫਿਰ ਬੱਚਿਆਂ ਦੀ ਜੋ ਬਣਤਰ ਪਹਿਲਾਂ ਐਵੇਂ ਬੇਨਤੀ ਕੀਤੀ ਸੀ ਵੰਡੀ ਜਾਂਦੀ ਹੈ, ਉਹ ਅੱਗੇ ਚੱਲ ਕੇ ਹੌਲੀ ਹੌਲੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਪਰਿਵਾਰਕ ਗਾਥਾ 'ਚੋਂ ਸਿੱਖਿਆਵਾਂ ਪ੍ਰਾਪਤ ਕਰਨੀਆਂ ਨੇ ਕਿ ਇਹੋ ਜਿਹੇ ਜਿੱਥੇ ਕਦੇ ਕਦੇ ਸਿਚੁਏਸ਼ਨਸ ਬਣ ਜਾਂਦੇ ਨੇ, ਉੱਥੇ ਬੜੇ ਠਰਮੇ ਦੇ ਨਾਲ ਜਿਹੜੇ ਘਰ ਦੇ ਮੁਖੀ ਹੁੰਦੇ ਨੇ ਉਹਨਾਂ ਨੂੰ ਹਾਲਾਤ ਨੂੰ ਹੈਂਡਲ ਕਰਨਾ ਚਾਹੀਦਾ ਹੈ। ਔਰ ਉਹੀ ਬੇਬੇ ਨਾਨਕੀ ਜੀ ਬੜੇ ਠਰਮੇ ਦੇ ਨਾਲ ਸਹਿਜ ਦੇ ਨਾਲ ਹਾਲਾਤ ਨੂੰ ਹੈਂਡਲ ਕਰ ਰਹੇ ਨੇ। ਨਾਲ ਹੀ ਭਾਈ ਜੈਰਾਮ ਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਅਗਲੇ ਰੋਲ ਅੱਗੇ ਵਾਚਾਂਗੇ। ਭੁੱਲ ਚੁੱਕ ਦੀ ਖਿਮਾ ਕਰਦਿਆਂ ਆਸੀਸ ਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ